ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਤੇ ਅਹਿਮ ਖਬਰ। ਗੱਲਬਾਤ ਕਰਾਂਗੇ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ, ਕਾਂਗਰਸ ਦਾ ਕਲੇਸ਼ ਘਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ। ਕਿਤੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਤੂੰ ਮੈਂ ਚੱਲਦੀ ਸੀ, ਫਿਰ ਹੋਰ ਬਹੁਤ ਸਾਰੇ ਆਗੂਆਂ ਦੀ ਚੱਲ ਪਈ, ਫਿਰ ਜਾਖੜ, ਸਿੱਧੂ ਤੇ ਚੰਨੀ ਦੀ ਚੱਲ ਪਈ, ਤੇ ਹੁਣ ਬੇਸ਼ੱਕ ਕਾਂਗਰਸ ਹਾਈ ਕਮਾਨ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੋਵੇ ਚੋਣਾਂ ਨੂੰ ਦੇਖਦਿਆਂ ਇਹਨਾਂ ਨੂੰ ਕਲੇਸ਼ ਘੱਟ ਕਰਨ ਦੇ ਲਈ ਵੱਖ-ਵੱਖ ਆਗੂਆਂ ਨੂੰ ਇੱਕ ਵੱਡੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਕਿ ਕਿਸੇ ਆਗੂ ਨੂੰ ਇਦਾਂ ਨਾ ਲੱਗੇ ਕਿ ਦੂਜੇ ਆਗੂ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਤੇ ਮੈਨੂੰ ਜ਼ਿੰਮੇਵਾਰੀ ਨਹੀਂ ਦਿੱਤੀ। ਜਾਖੜ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ, ਸਿੱਧੂ ਨੂੰ ਦਿੱਤੀ, ਚੰਨੀ ਨੂੰ ਦਿੱਤੀ, ਉੱਥੇ ਹੀ ਜਿਹੜਾ ਪ੍ਰਤਾਪ ਸਿੰਘ ਬਾਜਵਾ ਤੇ ਅੰਬਿਕਾ ਸੂਰੀ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਤਾਂ ਹਾਲੇ ਵੀ ਜਿਹੜਾ ਇਹ ਕਲੇਸ਼ ਘਟਦਾ ਦਿਖਾਈ ਨਹੀਂ ਦੇ ਰਿਹਾ। ਕੱਲ ਚੋਣ ਕੰਪੇਨ ਕਮੇਟੀ ਦੀ ਪਹਿਲੀ ਮੀਟਿੰਗ ਸੀ ਜਿੱਥੇ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਜਿਹੜੀ ਹੈ ਉਹ ਸਾਫ਼ ਦੇਖਣ ਨੂੰ ਮਿਲੀ ਹੈ। ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ ਤੇ ਸੰਕੇਤ ਦੇ ਦਿੱਤੇ ਨੇ, ਚੋਣ ਪ੍ਰਚਾਰ ਕਰਨ ਤੋਂ ਇੱਕ ਤਰੀਕੇ ਦੇ ਨਾਲ ਜਿਹੜਾ ਮਨਾ ਹੀ ਕਰਦੇ ਹੋਏ ਦਿਖਾਈ ਦਿੱਤੇ ਨੇ ਨਵਜੋਤ ਸਿੰਘ ਸਿੱਧੂ। ਇਸ ਦੇ ਸਿੱਟੇ ਕੀ ਨਿਕਲਣਗੇ, ਮੀਟਿੰਗ ਦੇ ਵਿੱਚ ਗੱਲਬਾਤ ਕੀ ਹੋਈ ਹੈ, ਕਿਉਂ ਨਵਜੋਤ ਸਿੰਘ ਸਿੱਧੂ ਮੀਟਿੰਗ ਦੇ ਵਿੱਚ ਤਲਖ ਹੋ ਗਏ, ਕੀ ਕੁਝ ਕਹਿੰਦੇ ਦਿਖਾਈ ਦਿੱਤੇ ਨਵਜੋਤ ਸਿੰਘ ਸਿੱਧੂ ਉਸ ਮੀਟਿੰਗ ਦੇ ਵਿੱਚ, ਕਿਸ ਤਰੀਕੇ ਦੇ ਨਾਲ ਕਿ ਵਾਕਈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਚੋਣ ਪ੍ਰਚਾਰ ਕਰਨ ਤੋਂ ਇਨਕਾਰ ਕੀਤਾ ਗਿਆ ਕਿ ਵਾਕਈ ਹੀ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਨਹੀਂ ਕਰਨਗੇ, ਜੇ ਕਰਨਗੇ ਤਾਂ ਕਿਸ ਸ਼ਰਤ ਤੇ ਕਰਨਗੇ, ਤੇ ਹੁਣ ਕਾਂਗਰਸ ਦੇ ਲਈ ਇਹ ਨੁਕਸਾਨਦੇਹ ਕਿੰਨਾ ਕੁ ਹੈ ਕਿ ਕਲੇਸ਼ ਇੱਥੇ ਥੰਮ ਜਾਵੇਗਾ ਜਾਂ ਅੱਗੇ ਵਾਂਗੂ ਲੰਬਾ ਚੱਲਦਾ ਜਾਵੇਗਾ। ਇਹਨਾਂ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਭੀਮਿੰਦਰ ਜੀ। ਸਭ ਤੋਂ ਪਹਿਲਾਂ ਉਹਨਾਂ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਅੱਗੇ ਪਿੱਛੇ ਦੀ ਚਰਚਾ ਆਪਾਂ ਬਾਅਦ ਚ ਕਰਦੇ ਹਾਂ, ਪਹਿਲਾਂ ਇਹ ਦੱਸ ਦਿਓ ਜੀ ਕਿ ਇਸ ਮੀਟਿੰਗ ਦੇ ਵਿੱਚ ਅਜਿਹੀ ਕੀ ਗੱਲ ਹੋ ਗਈ ਤੇ ਨਵਜੋਤ ਸਿੰਘ ਸਿੱਧੂ ਨੇ ਕੀ ਕਿਹਾ। ਬਾਕੀ ਗੱਲਾਂ ਆਪਾਂ ਬਾਅਦ ਚ ਕਰਦੇ ਹਾਂ, ਪਹਿਲਾਂ ਮੀਟਿੰਗ ਦੇ ਵਿੱਚ ਨਵਜੋਤ ਨੇ ਕੀ ਗੱਲ ਕਹੀ ਹੈ ਪਹਿਲਾਂ ਤੁਸੀਂ ਇਹ ਦੱਸ ਦਿਓ ਜੀ। ਜਿਵੇਂ ਤੁਸੀਂ ਦੱਸਿਆ ਸੁਖਵਿੰਦਰ ਜੀ ਕਿ ਕੱਲ ਬਹੁਤ ਹੀ ਇੰਪੋਰਟੈਂਟ ਮੀਟਿੰਗ ਹੋਈ ਹੈ ਔਰ ਇਹ ਇੰਪੋਰਟੈਂਟ ਮੀਟਿੰਗ ਇਸ ਲਈ ਬਣਦੀ ਹੈ ਕਿਉਂਕਿ 22 ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨੂੰ ਲੈ ਕੇ ਕਾਂਗਰਸ ਜਿਹੜੀ ਹੈਗੀ ਹੈ ਕਿਵੇਂ ਨਾ ਕਿਵੇਂ ਸਾਰੀ ਚੀਜ਼ ਨੂੰ ਸੰਗਠਨਾਤਮਕ ਤੌਰ ਤੇ ਜਾਂ ਜਿਹੜੀਆਂ ਅਗਲੇ ਦਿਨਾਂ ਦੇ ਵਿੱਚ ਸਰਗਰਮੀਆਂ ਹੋਣੀਆਂ ਨੇ ਉਹਨਾਂ ਨੂੰ ਲੈ ਕੇ ਜਿਹੜੀ ਹੈਗੀ ਹੈ ਸਰਗਰਮ ਦਿਖਾਈ ਦਿੱਤੀ ਹੈ। ਔਰ ਪਹਿਲੀ ਮੀਟਿੰਗ ਸੀਗੀ ਔਰ ਖਾਸ ਤੌਰ ਤੇ ਸੁਨੀਲ ਜਾਖੜ ਹੋਰਾਂ ਦੀ ਚੇਅਰਮੈਨੀ ਦੇ ਵਿੱਚ ਔਰ ਜਿਹਦੇ ਵਿੱਚ ਹਰੀਸ਼ ਚੌਧਰੀ ਸਾਹਿਬ ਜਿਹੜੇ ਨੇ ਪੰਜਾਬ ਕਾਂਗਰਸ ਦੇ ਪ੍ਰਭਾਰੀ ਨੇ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਇਹ ਮੀਟਿੰਗ ਹੋਈ ਔਰ ਚੰਨੀ ਸਾਹਿਬ ਇਹਦੇ ਵਿੱਚ ਸ਼ਾਮਲ ਹੋਏ। ਵਿਸ਼ੇਸ਼ ਤੌਰ ਤੇ ਨਵਜੋਤ ਸਿੰਘ ਸਿੱਧੂ ਜੀ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕਿਉਂਕਿ ਪ੍ਰਧਾਨ ਦੇ ਤੌਰ ਤੇ ਕਾਂਗਰਸ ਪਾਰਟੀ ਦੇ, ਸੋ ਇਸ ਕਰਕੇ ਵੱਡੇ ਲੀਡਰ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਹੈ ਸ਼ਾਮਲ ਹੋਏ। ਪਰ ਜਿਹੜੀ ਚੀਜ਼ ਦੇ ਬਾਰੇ ਆਪਾਂ ਨੂੰ ਸੋਚਣ ਦੀ ਲੋੜ ਹੈ ਜਾਂ ਆਪਣੇ ਦਰਸ਼ਕਾਂ ਨੂੰ ਦੱਸਣ ਦੀ ਲੋੜ ਹੈ ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕਾਫੀ ਤਲਖ ਗੱਲਾਂ ਜਿਹੜੀਆਂ ਨੇ ਉਹਦੇ ਵਿੱਚ ਕੀਤੀਆਂ। ਤਲਖ ਦੀ ਆਪਾਂ ਨਹੀਂ ਕਹਿ ਸਕਦੇ, ਯਾਨੀ ਕਿ ਮੁੱਦਿਆਂ ਨੂੰ ਲੈ ਕੇ, ਯਾਨੀ ਕਿ ਜਿਹੜੀ ਸੱਚਾਈ ਹੈ ਸੱਚ ਨੂੰ ਲੈ ਕੇ ਬੜੀਆਂ ਖੁੱਲ੍ਹ ਕੇ ਗੱਲਾਂ ਉਹਨਾਂ ਨੇ ਕੀਤੀਆਂ। ਵਿਸ਼ੇਸ਼ ਤੌਰ ਤੇ ਉਹਨਾਂ ਨੇ ਇਹੀ ਕਿਹਾ ਕਿ ਜਿਸ ਕਿਸਮ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਜਿਹੜੇ ਅਸੀਂ ਅਹੁਦੇਦਾਰੀਆਂ ਦੇਣੀਆਂ ਉਹਦੇ ਉੱਤੇ ਵੱਡੇ ਸਵਾਲ ਚੁੱਕੇ ਗਏ। ਇਸੇ ਤਰ੍ਹਾਂ ਪ੍ਰਚਾਰ ਨੂੰ ਲੈ ਕੇ ਜਿਹੜਾ ਪ੍ਰਚਾਰ, ਕਿਉਂਕਿ ਪ੍ਰਚਾਰ ਦਾ ਮਸਲਾ ਸੀਗਾ, ਪ੍ਰਚਾਰ ਚੋਣ ਕਮੇਟੀ ਜਿਹੜੀ ਹੈਗੀ ਹੈ ਉਹਦੇ ਬਾਰੇ ਗੱਲਾਂ ਹੋਣੀਆਂ ਸੀਗੀਆਂ, ਸੋ ਉਸ ਨੂੰ ਲੈ ਕੇ ਹੀ ਕਿਹਾ ਗਿਆ ਕਿ ਜਿਵੇਂ ਚੰਨੀ ਸਾਹਿਬ ਲੱਗੇ ਹੋਏ ਨੇ ਕੱਲਮ ਕੱਲੇ ਪ੍ਰਚਾਰ ਕਰਨ ਦੇ ਲਈ ਉਹਦੇ ਤੋਂ ਜਿਹੜਾ ਹੈਗਾ ਗੁਰੇਜ਼ ਕੀਤਾ ਜਾਏ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਫੋਟੋ ਲੱਗੀ ਹੋਈ ਹੈ ਫਿਰ ਤੁਸੀਂ ਉਹਨਾਂ ਤੋਂ ਪ੍ਰਚਾਰ ਕਰਾ ਲਓ, ਯਾਨੀ ਕਿ ਉਹਨਾਂ ਦਾ ਮਤਲਬ ਸੀਗਾ ਕਿ ਚੰਨੀ ਸਾਹਿਬ ਨੇ ਥਾਂ ਤੇ ਆਪਣੀਆਂ ਫੋਟੋਆਂ ਜਿਹੜੀਆਂ ਨੇ ਲਗਾਈਆਂ ਹੋਈਆਂ, ਚਾਹੇ ਬੱਸਾਂ ਹੋਣ, ਚਾਹੇ ਸੜਕਾਂ ਹੋਣ, ਚਾਹੇ ਘਰਾਂ ਦੇ ਵਿੱਚ ਹੋਣ। ਉਹਨਾਂ ਦਾ ਮਤਲਬ ਸੀਗਾ ਕਿ ਇਹ ਜਿਹੜਾ ਪਾਰਟੀ ਹੁੰਦੀ ਹੈ ਇਹ ਸਮੂਹਿਕ ਤੌਰ ਤੇ ਕਾਰਵਾਈ ਕਰਦੀ ਹੈ ਔਰ ਪਾਰਟੀ ਨੇ ਆਪਣੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ, ਆਪਣੀ ਸੋਚ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ, ਆਪਣੇ ਮੁੱਦਿਆਂ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈ। ਵਿਸ਼ੇਸ਼ ਤੌਰ ਤੇ ਜਦੋਂ ਤੁਸੀਂ 5 ਸਾਲ ਸੱਤਾ ਹੰਢਾਈ ਹੈ ਉਹਨਾਂ 5 ਸਾਲਾਂ ਦੇ ਵਿੱਚ ਤੁਸੀਂ ਕਿਹੜੇ ਕੰਮ ਕੀਤੇ ਨੇ ਲੋਕਾਂ ਦੇ ਵਿੱਚ, ਤੁਸੀਂ ਉਹ ਦੱਸਣੇ ਹੁੰਦੇ ਆ ਕਿ ਅਸੀਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ, ਕਿੰਨੇ ਕਿਸਾਨੀ ਦੇ ਮਸਲੇ ਹੱਲ ਕੀਤੇ। ਜਾਖੜ ਨੇ ਗੱਲ ਕਹੀ ਕਿ ਅਸੀਂ ਚਾਹੁੰਦੇ ਹਾਂ ਕਿ ਚੋਣ ਪ੍ਰਚਾਰ ਜਿਹੜਾ ਸ਼ੁਰੂ ਕਰਨਾ ਹੈ ਉਹ ਇੱਕ ਵਿਅਕਤੀ ਵਿਸ਼ੇਸ਼ ਨੂੰ ਲੈ ਕੇ ਕੀਤਾ ਜਾਵੇ ਜਾਂ ਫਿਰ ਸਰਕਾਰ ਦੇ ਕੰਮਾਂ ਕਾਜਾਂ ਨੂੰ ਲੈ ਕੇ ਜਿਹੜਾ ਉਹ ਕੀਤਾ ਜਾਵੇ। ਤਾਂ ਫਿਰ ਸਿੱਧੂ ਨੇ ਸਾਫ਼ ਤੌਰ ਤੇ ਕਹਿਤਾ ਕਿ ਭਾਈ ਜਿਹਦੀਆਂ ਫੋਟੋਆਂ ਲੱਗੀਆਂ
ਉਹ ਤੋਂ ਹੀ ਕਰਵਾ ਲਿਆ ਜਾਵੇ, ਯਾਨੀ ਕਿ ਕੋਠੇ ਕੋਠੇ ਤੇ ਕਹਿੰਦੇ ਜਿਹੜੀ ਫੋਟੋ ਲੱਗੀ ਉਹ ਤੋਂ ਕਰਵਾ ਲਿਆ ਜਾਵੇ। ਤਾਂ ਦੂਜੇ ਪਾਸੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਚੋਣ ਪ੍ਰਚਾਰ ਕਰਨ ਤੋਂ ਕਹਿੰਦੇ ਸਰਕਾਰ ਜਾਂ ਆਪਾਂ ਚੋਣ ਪ੍ਰਚਾਰ ਕਮੇਟੀ ਕਹਿੰਦੇ ਗੁਰੇਜ਼ ਕਰਦੀ ਨਜ਼ਰ ਆਈ, ਕਿਉਂਕਿ ਪੇਚ ਫਸਿਆ ਹੋਇਆ ਕਿ ਭਾਈ ਜੇਕਰ ਅਸੀਂ ਸਰਕਾਰ ਦੀਆਂ ਪ੍ਰਾਪਤੀਆਂ ਤੇ ਗੱਲ ਕਰਾਂਗੇ ਤਾਂ ਫਿਰ ਜਿਹੜੇ 4.5 ਸਾਲ ਦੇ ਕੈਪਟਨ ਅਮਰਿੰਦਰ ਸਿੰਘ ਦੇ ਨੇ ਮੁੱਖ ਮੰਤਰੀ ਵਾਲੇ, ਉਹਦੇ ਤੇ ਵੀ ਸਾਨੂੰ ਉਹਨਾਂ ਦੀਆਂ ਵੀ ਤਾਰੀਫਾਂ ਕਰਨੀਆਂ ਪੈਣਗੀਆਂ, ਜਿਹਦਾ ਸਿੱਧਾ ਫਾਇਦਾ ਕੈਪਟਨ ਅਮਰਿੰਦਰ ਸਿੰਘ ਨੂੰ ਜਾਊਗਾ। ਕਹਿੰਦੇ ਪੇਚ ਫਸਦਾ ਹੋਇਆ ਦਿਖਾਈ ਦਿੱਤਾ, ਦੁਚਿੱਤੀ ਦੇ ਵਿੱਚ ਦਿਖਾਈ ਦਿੱਤੀ ਕਾਂਗਰਸ ਜਿਹੜੀ ਹੈ। ਜੀ ਦੇਖੋ, ਅਸੂਲਨ ਤੌਰ ਤੇ ਸੁਖਵਿੰਦਰ ਜੀ ਚਾਹੀਦਾ ਤਾਂ ਇਹੀ ਹੁੰਦਾ ਹੈ ਕਿ ਜਿਹੜੀ ਸਰਕਾਰ ਸੱਤਾ ਭੋਗ ਰਹੀ ਹੁੰਦੀ ਹੈ ਔਰ ਉਹਨੂੰ ਇਹ ਇਸ ਵੇਲੇ ਮੌਕਾ ਹੁੰਦਾ ਹੈ ਕਿ ਉਹ ਆਪਣਾ ਰਿਪੋਰਟ ਕਾਰਡ ਲੋਕਾਂ ਨੂੰ ਦੱਸੇ। ਪੰਜਾਬ ਦੇ ਲੋਕ ਇਸ ਵੇਲੇ ਪੁੱਛਣਾ ਚਾਹੁੰਦੇ ਨੇ ਕਿ ਬਰਗਾੜੀ ਕਾਂਡ ਦਾ ਕੀ ਬਣਿਆ। ਇਸ ਲਈ ਉਹ ਇਹ ਪੁੱਛਣਾ ਚਾਹੁੰਦੇ ਨੇ ਕਿ ਜਿਹੜੇ ਨਸ਼ਿਆਂ ਨੂੰ ਲੈ ਕੇ ਕੈਪਟਨ ਸਾਹਿਬ ਨੇ ਸਹੁੰ ਚੁੱਕੀ ਸੀਗੀ ਸ਼੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ, ਉਹਨਾਂ ਮਸਲਿਆਂ ਦਾ ਕੀ ਬਣਿਆ। ਇਸੇ ਤਰ੍ਹਾਂ ਕਿਸਾਨੀ ਦਾ ਕਰਜ਼ਾ ਮਾਫੀ ਦੀ ਗੱਲ ਕਿਸੇ ਵੇਲੇ ਕਾਂਗਰਸ ਨੇ ਕਹੀ ਸੀ, ਆਪਣੇ ਮੈਨੀਫੈਸਟੋ ਦੇ ਵਿੱਚ ਲਿਖਿਆ ਗਿਆ ਸੀ ਬਕਾਇਦਾ ਤੌਰ ਤੇ, ਉਹਦਾ ਕੀ ਬਣਿਆ। ਇਸੇ ਤਰ੍ਹਾਂ ਘਰ ਘਰ ਨੌਕਰੀ ਦਾ ਕੀ ਬਣਿਆ। ਔਰ ਇਹ ਸਾਰੇ ਵਾਅਦੇ ਜਿਹੜੇ ਵੱਡੇ ਵੱਡੇ ਕੀਤੇ ਸੀਗੇ ਕਾਂਗਰਸ ਨੇ, ਉਹਨਾਂ ਦਾ ਰਿਪੋਰਟ ਕਾਰਡ ਇਹਨਾਂ ਨੇ ਇਸ ਵੇਲੇ ਦੇਣਾ ਬਣਦਾ ਸੀਗਾ। ਪਰ ਆਪਾਂ ਨੂੰ ਪਤਾ ਹੈ ਕੱਲੀ ਇਹ ਨਹੀਂ ਕਿ ਕੱਲੀ ਗੱਲ ਕੈਪਟਨ ਸਾਹਿਬ ਨੂੰ ਕੋਈ ਫਾਇਦਾ ਹੋਏਗਾ ਇਹਦੇ ਨਾਲ। ਕੈਪਟਨ ਸਾਹਿਬ ਨੂੰ ਤਾਂ ਲੋਕ ਸਗੋਂ ਪੁੱਛਣਾ ਚਾਹੁੰਦੇ ਨੇ ਸਵਾਲ। ਇਸ ਵੇਲੇ ਪੰਜਾਬ ਦੇ ਲੋਕ ਜਿਹੜੇ 4.5 ਸਾਲ ਕੈਪਟਨ ਸਾਹਿਬ ਮੁੱਖ ਮੰਤਰੀ ਰਹੇ ਨੇ, ਉਹਦੇ ਬਾਰੇ ਤਾਂ ਵੱਡੇ ਸਵਾਲ ਇਸ ਵੇਲੇ ਚੁੱਕ ਰਹੇ ਨੇ ਪੰਜਾਬ ਦੇ ਲੋਕ ਕਿ ਭਾਈ ਉਦੋਂ ਕਿੱਥੇ ਸੀਗੇ। ਅੱਜ ਉਹ ਕੈਪਟਨ ਸਾਹਿਬ ਜਦੋਂ ਕਹਿੰਦੇ ਨੇ ਕਿ ਮੈਂ ਨਵੀਂ ਪਾਰਟੀ ਬਣਾ ਕੇ ਮੈਂ ਬੀਜੇਪੀ ਨਾਲ ਆ ਜਾਵਾਂਗਾ ਔਰ ਫੇਰ ਦੁਬਾਰਾ ਮੁੱਖ ਮੰਤਰੀ ਦਾ ਚਿਹਰਾ ਬਣ ਸਕਦੇ ਨੇ, ਯਾਨੀ ਕਿ ਸਵਾਲ ਜਿਹੜੇ ਨੇ ਬਹੁਤ ਵੱਡੇ ਕੈਪਟਨ ਸਾਹਿਬ ਤੋਂ ਵੀ ਪੁੱਛਣਗੇ। ਔਰ ਇਸੇ ਤਰ੍ਹਾਂ ਲਗਭਗ 3 ਮਹੀਨਿਆਂ ਦਾ ਜਿਹੜਾ ਹੈਗਾ ਹੋ ਚੁੱਕੇ ਨੇ ਚੰਨੀ ਸਾਹਿਬ ਨੂੰ ਆਪਾਂ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਬਣਿਆ। ਤੋ ਇਹਨਾਂ 3 ਮਹੀਨਿਆਂ ਦੇ ਬਾਰੇ ਵੀ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਰਿਪੋਰਟ ਕਾਰਡ ਦੇਣਾ ਚਾਹੀਦਾ ਔਰ ਦੱਸਣਾ ਚਾਹੀਦਾ ਹੈ ਕਿ ਅਸੀਂ ਇਹ ਜਦੋਂ ਸਾਨੂੰ ਮੌਕਾ ਮਿਲਿਆ ਸੀਗਾ ਅਸੀਂ ਉਹਦੇ ਵਿੱਚ ਕੀ ਕੀਤਾ। ਯਾਨੀ ਕਿ ਕੁੱਲ ਮਿਲਾ ਕੇ ਚਾਹੇ ਉਹ ਕੈਪਟਨ ਸਾਹਿਬ ਸੱਤਾ ਵਿੱਚ ਰਹੇ ਹੋਣ, ਚਾਹੇ ਚੰਨੀ ਸਾਹਿਬ ਸੱਤਾ ਵਿੱਚ ਰਹੇ ਹੋਣ, ਉਹਨਾਂ ਦਾ ਕੁੱਲ ਮਿਲਾ ਕੇ ਕੀ ਬਣਦਾ ਹੈ, ਕੀ ਉਹਨਾਂ ਨੇ ਸਿੱਟਾ ਕੱਢਿਆ, ਕੀ ਉਹਨਾਂ ਨੇ ਪੰਜਾਬ ਦੇ ਭਲੇ ਦੇ ਲਈ ਕੀਤਾ, ਮਾਫੀਏ ਨੂੰ ਠੱਲ ਪਾਈ ਜਾਂ ਨਹੀਂ ਪਾਈ। ਇਸੇ ਤਰ੍ਹਾਂ ਜਿਹੜੀ ਹੈਗੀ ਹੈ ਸ਼ਗਨ ਸਕੀਮਾਂ ਜਿਹੜੀਆਂ ਸੀਗੀਆਂ ਉਹ ਕਿਸ ਤਰ੍ਹਾਂ ਕਾਮਯਾਬ ਹੋਈਆਂ ਜਾਂ ਨਹੀਂ ਹੋਈਆਂ, ਉਹਨਾਂ ਦਾ ਪੈਸਾ ਘੱਟ ਕੀਤਾ ਗਿਆ ਜਾਂ ਵੱਧ ਕੀਤਾ ਗਿਆ। ਯਾਨੀ ਕਿ ਕੱਲੀ ਕੱਲੀ ਚੀਜ਼ ਦਾ ਉਹਨਾਂ ਨੂੰ ਹਿਸਾਬ ਜਿਹੜਾ ਹੈਗਾ ਉਹ ਤਾਂ ਦੇਣਾ ਹੀ ਪਏਗਾ। ਪੰਜਾਬ ਦੇ ਲੋਕ ਇਸ ਵੇਲੇ ਪੁੱਛ ਰਹੇ ਨੇ ਔਰ ਇਹੀ ਕਾਰਨ ਹੈ ਕਿ ਚੰਨੀ ਸਾਹਿਬ ਜਿੱਥੇ ਵੀ ਜਾਂਦੇ ਨੇ, ਚਾਹੇ ਉਹ ਮਾਨਸਾ ਦੀ ਗੱਲ ਕਰ ਲਈਏ, ਚਾਹੇ ਪਿਛਲੇ ਦਿਨਾਂ ਦੇ ਵਿੱਚ ਸੰਗਰੂਰ ਦੀ ਗੱਲ ਕਰ ਲਈਏ, ਲੋਕ ਉਹਨਾਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ। ਖਾਸ ਤੌਰ ਤੇ ਜਿਹੜੇ ਸਾਡੇ ਅਧਿਆਪਕ ਸਾਹਿਬਾਨ ਨੇ, ਟੀਚਰ ਸਾਹਿਬਾਨ ਨੇ, ਬੇਰੁਜ਼ਗਾਰ ਨੇ ਜਿਹੜੇ ਲੋਕ, ਉਹ ਵੱਡੇ ਸਵਾਲ ਇਸ ਵੇਲੇ ਚੰਨੀ ਸਰਕਾਰ ਤੋਂ ਪੁੱਛ ਰਹੇ ਨੇ। ਔਰ ਲੋਕ ਚਾਹੇ ਟੈਂਕੀਆਂ ਤੇ ਚੜੇ ਹੋਣ, ਚਾਹੇ ਟਾਵਰਾਂ ਤੇ ਚੜੇ ਹੋਣ, ਚਾਹੇ ਧਰਨਿਆਂ ਤੇ ਬੈਠੇ ਹੋਣ, ਇਸ ਵੇਲੇ ਵੱਡੇ ਸਵਾਲ ਜਿਹੜੇ ਨੇ ਚੰਨੀ ਸਰਕਾਰ ਤੋਂ ਪੁੱਛ ਰਹੇ ਨੇ। ਔਰ ਚੰਨੀ ਸਾਹਿਬ ਦੇ ਉੱਤੇ ਇੱਕ ਵਾਰੀ ਫੇਰ ਜਿਹੜੇ ਨੇ ਵੱਡੇ ਸਵਾਲ ਪੁੱਛਦੇ ਨਜ਼ਰ ਆਏ ਨੇ ਨਵਜੋਤ ਸਿੰਘ ਸਿੱਧੂ ਇਸ ਮੀਟਿੰਗ ਦੇ ਵਿੱਚ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਜਿਹੜਾ ਹੈਗਾ ਐਸਸੀ ਚਿਹਰਾ ਅੱਗੇ ਲਗਾ ਕੇ, ਤਾਂ ਉਹਨਾਂ ਨੇ ਕਿਹਾ ਕਿ ਤਾਂ ਫਿਰ ਵੋਟਾਂ ਵੀ ਤੁਸੀਂ ਉਹਨਾਂ ਤੋਂ ਲੈ ਲਓ। ਉਹਨਾਂ ਦਾ ਕਹਿਣ ਦਾ ਮਤਲਬ ਸੀਗਾ ਕਿ ਏਦਾਂ ਨਹੀਂ ਹੁੰਦਾ ਕਿ ਤੁਸੀਂ ਕਿਸੇ ਖਾਸ ਕਮਿਊਨਿਟੀ ਦੇ ਬੰਦੇ ਨੂੰ ਜਾਂ ਉਸ ਤਰ੍ਹਾਂ ਦੀ ਸਿਆਸਤ ਖੇਡ ਕੇ, ਕਿਉਂਕਿ ਜਦੋਂ ਤੁਸੀਂ ਚੋਣਾਂ ਹੋਣੀਆਂ ਨੇ ਤਾਂ ਵੋਟਾਂ ਤਾਂ ਹਰ ਵਰਗ ਤੋਂ ਚਾਹੀਦੀਆਂ ਨੇ, ਹਰ ਜਾਤੀ ਤੋਂ ਚਾਹੀਦੀਆਂ ਨੇ। ਉਹਦੇ ਵਿੱਚ ਐਸਸੀ ਭਾਈਚਾਰਾ ਵੀ ਹੋਏਗਾ, ਉਹਦੇ ਵਿੱਚ ਬੀਸੀ ਭਾਈਚਾਰਾ ਵੀ ਹੈ, ਉਹਦੇ ਵਿੱਚ ਜਨਰਲ ਭਾਈਚਾਰਾ ਵੀ ਹੈ। ਤੁਹਾਨੂੰ ਜੇਕਰ ਤੁਸੀਂ ਜਿੱਤਣਾ ਹੈ, ਨਵਜੋਤ ਸਿੰਘ ਸਿੱਧੂ ਲਗਾਤਾਰ ਇਹੀ ਗੱਲ ਕਹਿੰਦੇ ਆ ਰਹੇ ਨੇ ਸਰ ਕਿ ਜਿਸ ਤਰੀਕੇ ਨਾਲ ਆਪਾਂ ਪਿਛਲੇ ਦਿਨਾਂ ਦੇ ਵੀ ਨਵਜੋਤ ਦੇ ਭਾਸ਼ਣ ਸੁਣਦੇ ਆ ਰਹੇ ਆ, ਲਗਾਤਾਰ ਇਹੀ ਗੱਲ ਕਹਿੰਦੇ ਰਹੇ ਨੇ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ, ਕੋਈ ਚਿਹਰਾ ਆਧਾਰਿਤ ਜਿਹੜੀ ਆ ਉਹ ਰਾਜਨੀਤੀ ਨਹੀਂ ਹੋਣੀ ਚਾਹੀਦੀ। ਨਾਲ ਹੀ ਨਾਲ ਉਹ ਇਹ ਵੀ ਗੱਲਾਂ ਕਹਿੰਦੇ ਆਪਾਂ ਨੂੰ ਲਗਾਤਾਰ ਨਜ਼ਰ ਆਏ ਨੇ ਕਿ ਭਾਈ ਲੋਲੀਪੌਪ ਦੇ ਉੱਤੇ ਆਧਾਰਿਤ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ ਰਾਜਨੀਤੀ। ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ 500 ਵਾਅਦੇ ਜਿਹੜੇ ਕਰਕੇ ਇਸ ਵਾਰ ਲੋਕਾਂ ਦੇ ਵਿੱਚ ਨਹੀਂ ਜਾਵਾਂਗੇ। ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਕਿ ਮੁੱਦਿਆਂ ਦੀ ਆਧਾਰਿਤ ਜਿਹੜੀ ਰਾਜਨੀਤੀ ਹੋਣੀ ਚਾਹੀਦੀ ਹੈ। ਇਹਦੇ ਵਿੱਚ ਗਲਤ ਕੀ ਹੈ? ਜੇ ਤੁਸੀਂ ਕੰਮ ਕੀਤੇ ਆ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਸਰਕਾਰ ਦੁਬਾਰਾ ਆਵੇ, ਤਾਂ ਲੋਕਾਂ ਨੂੰ ਦੱਸੇ ਕੰਮ, ਫਿਰ ਦੱਸੋ ਨਾ ਵੀ ਜਿਹੜੇ ਕੀਤੇ ਹੋਏ ਕੰਮ। ਤਾਂ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਭੰਡ ਰਹੇ ਹੋ। ਉਸ ਬੰਦੇ ਨੇ ਹਿੰਮਤ ਦਿਖਾਈ ਦਿੱਲੀ ਦੇ ਵਿੱਚ, ਉਹਨੇ ਇਹ ਗੱਲ ਕਹੀ ਕਿ ਭਾਈ ਠੀਕ ਹੈ, ਜੇ ਮੇਰੇ ਕੋਈ ਕੰਮ ਕੀਤੇ ਹੋਏ ਆ ਤਾਂ ਫਿਰ ਮੈਨੂੰ ਵੋਟ ਪਾ ਦਿਓ, ਜੇ ਤੁਹਾਨੂੰ ਲੱਗਦਾ ਕਿ ਮੇਰੇ ਕੰਮ ਨਹੀਂ ਕੀਤੇ ਤਾਂ ਫਿਰ ਮੈਨੂੰ ਨਾ ਵੋਟ ਪਾਇਓ। ਇਸੇ ਤਰੀਕੇ ਨਾਲ ਫਿਰ ਇੱਥੇ ਕਾਂਗਰਸ ਨੂੰ ਵੀ ਕਹਿਣਾ ਚਾਹੀਦਾ। ਉਦਾਂ ਤਾਂ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਇੱਥੇ ਬਹੁਤ ਭੰਡਦੇ ਹੋ ਤੇ ਆਪਣੀ ਸਰਕਾਰ ਨੂੰ ਤੁਸੀਂ ਬਹੁਤ ਵਧੀਆ ਕਹਿੰਦੇ ਹੋ। ਇੱਥੇ ਤਾਂ
ਜਿਹੜਾ ਚਰਨਜੀਤ ਸਿੰਘ ਚੰਨੀ ਇਹ ਵੀ ਗੱਲਾਂ ਕਹਿੰਦੇ ਨੇ ਕਿ ਮੈਂ ਅਸਲੀ ਆਮ ਆਦਮੀ ਆ ਤੇ ਨਕਲੀ ਤੁਰਿਆ ਫਿਰਦਾ ਇਹ ਆਪਣਾ ਚਰਨਜੀਤ ਸਿੰਘ ਚੰਨੀ ਕਹਿੰਦੇ ਅਰਵਿੰਦ ਕੇਜਰੀਵਾਲ ਜਿਹੜਾ ਤਾਂ ਨਕਲੀ ਆਮ ਆਦਮੀ ਆ, ਮੈਂ ਅਸਲੀ ਆਮ ਆਦਮੀ ਆ, ਮੈਂ ਲੋਕਾਂ ਦਾ ਅਸਲੀ ਹਮਦਰਦ ਆ। ਤੇ ਉਹਨੇ ਤਾਂ ਫਿਰ ਹਿੰਮਤ ਦਿਖਾਈ ਉੱਥੇ ਦਿੱਲੀ ਦੇ ਵਿੱਚ, ਕਹਿਤਾ ਕਿ ਭਾਈ ਮੈਂ ਜੇ ਕੰਮ ਕੀਤੇ ਤਾਂ ਵੋਟਾਂ ਪਾਓ। ਤੇ ਚਰਨਜੀਤ ਸਿੰਘ ਚੰਨੀ ਹੁਣ ਵੀ ਫਿਰ ਇਹੀ ਗੱਲ ਕਹਿਣ ਕਿ ਜੇ ਸਾਡੀ ਸਰਕਾਰ ਨੇ ਕੰਮ ਕੀਤੇ ਦੁਬਾਰਾ ਸਰਕਾਰ ਬਣਾ ਦਿਓ, ਨਹੀਂ ਤਾਂ ਫਿਰ ਨਾ ਬਣਾਇਓ। ਜੀ ਦੇਖੋ ਸੁਖਵਿੰਦਰ ਜੀ, ਕੇਜਰੀਵਾਲ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਔਰ ਕੱਲ ਵੀ ਉਹ ਆਏ ਸੀਗੇ ਔਰ ਉਹਨਾਂ ਦੀ ਆਪਾਂ ਇਹ ਵੀ ਦੱਸੀਏ ਕਿ ਕੱਲ ਬਹੁਤ ਵੱਡਾ ਇਕੱਠ ਜਲੰਧਰ ਦੇ ਵਿੱਚ ਕੀਤਾ ਗਿਆ। ਤਿਰੰਗਾ ਯਾਤਰਾ ਕੇਜਰੀਵਾਲ ਜੀ ਦੇ ਰਾਹੀਂ ਕੀਤੀ ਗਈ ਔਰ ਉਹਨਾਂ ਨੇ ਦੋ ਵੱਡੀਆਂ ਗਰੰਟੀਆਂ ਹੋਰ ਦਿੱਤੀਆਂ। ਉਹ ਕਿਹੜੀਆਂ ਗਰੰਟੀਆਂ ਨੇ? ਪਹਿਲੀ ਗਰੰਟੀ ਤਾਂ ਉਹਨਾਂ ਨੇ ਕਿਹਾ ਕਿ ਦੁਆਬੇ ਦੇ ਵਿੱਚ, ਕਿਉਂਕਿ ਦੁਆਬੇ ਦੇ ਲੋਕ ਬਾਹਰ ਜਾਂਦੇ ਆ ਔਰ ਇਸ ਕਰਕੇ ਉਹਨਾਂ ਨੂੰ ਆਉਣ ਜਾਣ ਦੀ ਸਮੱਸਿਆ ਰਹਿੰਦੀ ਹੈ। ਪਹਿਲਾਂ ਉਹ ਦਿੱਲੀ ਜਾਂਦੇ ਆ ਜਾਂ ਅੰਮ੍ਰਿਤਸਰ ਜਾਂਦੇ ਆ, ਉੱਥੇ ਜਾ ਕੇ ਫਲੈਟਾਂ ਦੇ ਵਿੱਚ ਜਿਹੜਾ ਹੈਗਾ ਕਾਫੀ ਉਹਨਾਂ ਦਾ ਸਮਾਂ ਜਿਹੜਾ ਹੈਗਾ ਵੇਸਟ ਹੁੰਦਾ ਹੈ। ਇਸ ਕਰਕੇ ਉਹਨਾਂ ਨੇ ਇੱਕ ਵੱਡੀ ਗਰੰਟੀ ਦਿੱਤੀ ਕਿ ਜਲੰਧਰ ਦੇ ਵਿੱਚ ਇੱਕ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਹੈਗਾ ਉਹਦੀ ਸਥਾਪਨਾ ਕੀਤੀ ਜਾਏਗੀ। ਔਰ ਦੂਜੀ ਵੱਡੀ ਗਰੰਟੀ ਉਹਨਾਂ ਦੀ ਇਹ ਸੀਗੀ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਜਲੰਧਰ ਏਰੀਆ ਹੈ ਇਹ ਸਪੋਰਟਸ ਦੇ ਲਈ ਜਾਣਿਆ ਜਾਂਦਾ ਹੈ, ਇੱਥੇ ਸਪੋਰਟਸ ਦਾ ਸਮਾਨ ਬਣਦਾ ਹੈ, ਸਪੋਰਟਸ ਦੀ ਵੱਡੀ ਇੰਡਸਟਰੀ ਹੈ। ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਇੱਥੇ ਇੱਕ ਜਿਹੜੀ ਹੈਗੀ ਹੈ ਸਪੋਰਟਸ ਇੰਟਰਨੈਸ਼ਨਲ ਯੂਨੀਵਰਸਿਟੀ ਜਿਹੜੀ ਹੈਗੀ ਹੈ, ਅੰਤਰਰਾਸ਼ਟਰੀ ਪੱਧਰ ਦੀ ਯੂਨੀਵਰਸਿਟੀ ਸਪੋਰਟਸ ਨੂੰ ਲੈ ਕੇ, ਖੇਡਾਂ ਨੂੰ ਲੈ ਕੇ ਉਹ ਬਣਾਈ ਜਾਏਗੀ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਕੇਜਰੀਵਾਲ ਜਿਵੇਂ ਤੁਸੀਂ ਕਿਹਾ ਕਿ ਮੁੱਦਿਆਂ ਦੀ ਲੜਾਈ ਤੇ ਆਉਣਾ ਚਾਹੁੰਦੇ ਨੇ ਔਰ ਇਹੀ ਮੁੱਦੇ ਨੇ। ਪੰਜਾਬ ਨੂੰ ਇਸ ਵੇਲੇ ਚਾਹੀਦਾ ਕੀ ਹੈ? ਪੰਜਾਬ ਦੇ ਲੋਕਾਂ ਨੂੰ ਐਜੂਕੇਸ਼ਨ ਚਾਹੀਦੀ ਹੈ, ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਚਾਹੀਦਾ ਹੈ, ਪੰਜਾਬ ਦੇ ਲੋਕਾਂ ਨੂੰ ਹੈਲਥ ਚਾਹੀਦੀ ਹੈ, ਪੰਜਾਬ ਦੇ ਲੋਕਾਂ ਨੂੰ ਬਿਜਲੀ ਸਸਤੀ ਚਾਹੀਦੀ ਹੈ, ਪੰਜਾਬ ਦੇ ਲੋਕਾਂ ਨੂੰ ਜਿਹੜੇ ਬਾਕੀ ਜਿਹੜੀ ਗਵਰਨੈਂਸ ਹੈ ਉਹ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਸਾਡੇ ਮੁੱਦੇ, ਜਿਵੇਂ ਨਵਜੋਤ ਸਿੰਘ ਸਿੱਧੂ ਬਾਰ-ਬਾਰ ਕਹਿ ਰਹੇ ਨੇ ਕਿ ਸਾਨੂੰ ਮੁੱਦਿਆਂ ਦੇ ਆਧਾਰਿਤ ਜਿਹੜੀ ਹੈਗੀ ਹੈ ਲੜਾਈ ਲੜਨੀ ਚਾਹੀਦੀ ਹੈ, ਉਹਦੇ ਉੱਤੇ ਪੋਲਿਟਿਕਸ ਹੋਣੀ ਚਾਹੀਦੀ ਹੈ, ਨਾ ਕਿ ਚਿਹਰਿਆਂ ਦੀ ਜਿਹੜੀ ਰਾਜਨੀਤੀ ਹੈ। ਜੇਕਰ ਚਿਹਰਿਆਂ ਦੀ ਰਾਜਨੀਤੀ ਹੋਏਗੀ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਪੰਜਾਬ ਦੀ ਕਾਂਗਰਸ ਨੂੰ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਕਿਉਂਕਿ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ 17 ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹਨਾਂ ਨੇ ਚਿਹਰਿਆਂ ਦੀ ਲੜਾਈ ਲੜੀ ਸੀਗੀ ਔਰ ਉਹਦੇ ਨਾਲ ਕੀ ਹੋਇਆ ਸੀਗਾ ਕਿ ਇੱਕੋ ਹੀ ਖਾਸ ਬੰਦਾ ਜਿਹੜਾ ਸੀਗਾ ਕੈਪਟਨ ਸਾਹਿਬ ਉਸ ਵੇਲੇ ਉਹ ਅੱਗੇ ਆ ਗਏ ਸੀ, ਬਾਕੀ ਸਾਰੇ ਜਿਹੜੇ ਵੱਡੇ ਲੀਡਰ ਸੀ ਇਹਨਾਂ ਦੇ ਪਿੱਛੇ ਰਹਿ ਗਏ ਸੀਗੇ ਔਰ ਉਹਦੇ ਨਾਲ ਇਹ ਤਾਂ ਹੋਇਆ ਕਿ ਇੱਕ ਵਾਰੀ ਜਿੱਤ ਗਏ, ਪਰ ਜਿਵੇਂ ਆਪਾਂ ਨੂੰ ਪਤਾ ਹੈ ਕਿ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ। ਇਸ ਵੇਲੇ ਲੋਕ ਜਿਹੜੇ ਨੇ, ਹਾਂ ਬਿਲਕੁਲ, ਇਸ ਵੇਲੇ ਜਿਹੜਾ ਕਿਸਾਨੀ ਅੰਦੋਲਨ ਤੋਂ ਬਾਅਦ ਖਾਸ ਤੌਰ ਤੇ ਜਦੋਂ ਅਸੀਂ ਪੰਜਾਬ ਦਾ ਸਿਨੈਰੀਓ ਵੇਖਦੇ ਹਾਂ ਤਾਂ ਬਹੁਤ ਵੱਡੀ ਚੇਂਜ, ਲੋਕ ਬੜੇ ਅਵੇਅਰ ਹੋਏ ਨੇ ਡਾਕਟਰ ਸਾਹਿਬ, ਲੋਕ ਬੜੇ ਅਵੇਅਰ ਹੋਣਗੇ। ਲੋਕ ਲਗਾਤਾਰ ਇਹ ਵੀ ਗੱਲ ਪੁੱਛਣਗੇ ਸਰਕਾਰ ਤੋਂ ਕਿ ਭਾਈ ਤੁਸੀਂ ਠੀਕ ਹੈ, ਅਸੀਂ ਉੱਥੋਂ ਤਾਂ ਅਸੀਂ ਆਪਦੇ ਕਾਨੂੰਨ ਜਿਹੜੇ ਵਾਪਸ ਕਰਵਾਏ ਆ, ਪਰ ਜਿਹੜੇ ਤੁਸੀਂ ਇੱਥੇ ਸਾਡੇ ਨਾਲ ਵਾਅਦੇ ਕੀਤੇ ਸੀ ਕਰਜ਼ਾ ਮੁਆਫੀ ਦੇ, ਉਹ ਕਦੋਂ ਹੋਣਗੇ? ਤਾਂ ਡਾਕਟਰ ਸਾਹਿਬ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ, ਜਿਵੇਂ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ ਨਾ ਕਰ ਰਹੇ ਨੇ ਕਿ ਭਾਈ ਇਸ ਤਰੀਕੇ ਦਾ ਪ੍ਰਚਾਰ ਨਹੀਂ, ਮੁੱਦਿਆਂ ਦੇ ਆਧਾਰ ਤੇ ਰਾਜਨੀਤੀ, ਚਿਹਰੇ ਦੇ ਆਧਾਰ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਮੁੱਦਿਆਂ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਤੇ ਉਧਰਲੇ ਪਾਸੇ ਇੱਕ ਪਾਸੇ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਕਾਂਗਰਸ ਹਾਈਕਮਾਨ ਤੇ ਪੰਜਾਬ ਕਾਂਗਰਸ ਵੀ ਇਸ ਪਾਸਿਓਂ ਡਰ ਚੁੱਕੀ ਹੈ, ਸਰਕਾਰ ਵੀ ਇਸ ਪਾਸਿਓਂ ਡਰ ਚੁੱਕੀ ਹੈ ਕਿ ਭਾਈ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਮੂਹਰੇ ਲੈ ਕੇ ਗਏ ਜਾਂ ਫਿਰ ਕਿਸੇ ਹੋਰ ਚਿਹਰੇ ਨੂੰ ਮੂਹਰੇ ਲੈ ਕੇ ਗਏ ਤਾਂ ਕਿਤੇ ਇਹ ਨਾ ਹੋਵੇ ਸਿੱਧੂ ਵਿਚਾਲੇ ਛੱਡ ਕੇ ਭੱਜ ਜਾਣ, ਸਿੱਧੂ ਰੁੱਸ ਜਾਣ, ਕਿਤੇ ਇਹ ਨਾ ਗੱਲ ਹੋ ਜਾਵੇ। ਇਸ ਚੀਜ਼ ਤੋਂ ਵੀ ਹੁਣ ਡਰਨ ਲੱਗ ਗਈ ਹੈ ਹਾਈਕਮਾਨ। ਬਿਲਕੁਲ, ਦੇਖੋ ਜਿਸ ਕਿਸਮ ਦੇ ਬਿਆਨ ਉਹਨਾਂ ਦੇ ਆ ਰਹੇ ਨੇ ਔਰ ਜਿਸ ਤਰ੍ਹਾਂ ਨਾਲ ਨਵਜੋਤ ਸਿੰਘ ਗੱਲ ਕਰ ਰਹੇ ਨੇ ਔਰ ਉਹਨਾਂ ਨੇ ਇਹੀ ਕਿਹਾ ਕਿ ਮੈਨੂੰ ਨਾ ਤਾਂ ਅਹੁਦਿਆਂ ਦੀ ਪਰਵਾਹ ਹੈ, ਨਾ ਮੈਨੂੰ ਕੁਰਸੀਆਂ ਦੀ ਪਰਵਾਹ ਹੈ ਔਰ ਬਾਰ-ਬਾਰ ਉਹ ਐਗਜ਼ਾਮਪਲ ਦਿੰਦੇ ਨੇ ਮੈਂ ਵੱਡੇ ਤੋਂ ਵੱਡੇ ਅਹੁਦੇ ਜਿਹੜੇ ਨੇ ਉਹਨਾਂ ਨੂੰ ਲੱਤ ਮਾਰੀ ਹੈ, ਖਾਸ ਤੌਰ ਤੇ ਚਾਹੇ ਉਹ ਆਪਾਂ ਨੂੰ ਪਤਾ ਹੈ ਕਿ ਰਾਜ ਸਭਾ ਦੀ ਕੁਰਸੀ ਹੋਵੇ ਜਾਂ ਇੱਥੋਂ ਤੱਕ ਕਿ ਕੈਬਨਿਟ ਮਿਨਿਸਟਰੀ ਜਿਹੜੀ ਹੈਗੀ ਹੈ ਉਹ ਵੀ ਉਹਨਾਂ ਨੇ ਛੱਡੀ ਹੈ। ਇਸੇ ਤਰ੍ਹਾਂ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ, ਆਪਾਂ ਸਾਰੇ ਜਾਣਦੇ ਹਾਂ। ਸੋ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਬਾਰ-ਬਾਰ ਇਹ ਗੱਲ ਕਹੀ ਹੈ ਕਿ ਜੇਕਰ ਤੁਸੀਂ ਮੁੱਦਿਆਂ ਦੇ ਉੱਤੇ ਨਹੀਂ ਆਓਗੇ, ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾ ਸਕਦੇ ਆ, ਪੰਜਾਬ ਦੇ ਲੋਕਾਂ ਨੂੰ ਵੱਡੇ ਸੰਕਟ ਦੇ ਵਿੱਚੋਂ, ਖਾਸ ਤੌਰ ਤੇ ਇਸ ਵੇਲੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਜਦੋਂ ਪੰਜਾਬ ਦੇ ਉੱਤੇ, ਤਾਂ ਉਸ ਨੂੰ ਇਸ ਸੰਕਟ ਚੋਂ ਕਿਵੇਂ ਕੱਢਣਾ ਹੈ, ਕਿਸਾਨੀ ਸੰਕਟ ਚੋਂ ਕਿਵੇਂ ਕੱਢਣਾ ਹੈ ਔਰ ਨੌਜਵਾਨਾਂ ਨੂੰ ਰੁਜ਼ਗਾਰ ਕਿਵੇਂ ਦੇਣਾ ਹੈ। ਜੇਕਰ ਤੁਸੀਂ ਇਹਨਾਂ ਮੁੱਦਿਆਂ ਤੇ ਗੱਲ ਨਹੀਂ ਕਰੋਗੇ ਤਾਂ ਲਾਜ਼ਮੀ ਤੌਰ ਤੇ ਇਹਦਾ ਨੁਕਸਾਨ ਕਾਂਗਰਸ ਨੂੰ ਹੋਏਗਾ ਔਰ ਉਹਨਾਂ ਨੇ ਇਹੀ ਕਿਹਾ ਕਿ ਜੇਕਰ ਤੁਸੀਂ ਇਹਦੇ ਉੱਤੇ ਨਹੀਂ ਗੱਲ ਕਰੋਗੇ ਔਰ ਮੇਰੇ ਮੁਤਾਬਕ ਨਹੀਂ ਚੱਲੋਗੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਹਾਈ ਕਮਾਂਡ ਨੂੰ ਖਾਸ ਤੌਰ ਤੇ ਲੱਗਦਾ ਹੈ ਕਿ ਜੇਕਰ ਨਵਜੋਤ ਸਿੰਘ ਛੱਡਦੇ ਨੇ
ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਇਸ ਵੇਲੇ, ਕਿਉਂਕਿ ਬਿਲਕੁਲ ਪੀਕ ਤੇ ਨੇ ਚੋਣਾਂ ਦਾ ਜਿਹੜਾ ਪ੍ਰਚਾਰ ਹੈ, ਚੋਣਾਂ ਦਾ ਮਾਹੌਲ ਹੈ, ਬਿਲਕੁਲ ਸਿਖਰ ਤੇ ਇਸ ਵੇਲੇ ਪੱਕਿਆ ਹੋਇਆ ਹੈ। ਜੇਕਰ ਇਸ ਵੇਲੇ ਨਵਜੋਤ ਸਿੰਘ ਸਿੱਧੂ ਸਾਹਿਬ ਛੱਡਦੇ ਨੇ ਕਾਂਗਰਸ ਨੂੰ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਕਾਂਗਰਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਨੇ ਮੁੱਦੇ ਚੱਕੇ ਨੇ, ਹੋਏਗਾ। ਸਿੱਧੂ ਨੇ ਮੁੱਦੇ ਚੱਕੇ ਨੇ। ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਹਿ ਦਿੰਦੇ ਆ ਕਿ ਸਿੱਧੂ ਨਾਰਾਜ਼ ਹੋਣ ਦੇ ਬਹਾਨੇ ਹੀ ਭਾਲਦਾ ਹੈ, ਸਿੱਧੂ ਸੀਐਮ ਦੀ ਕੁਰਸੀ ਭਾਲਦਾ ਹੈ। ਡਾਕਟਰ ਸਾਹਿਬ, ਜਿਹੜੇ ਸਿੱਧੂ ਨੇ ਮੁੱਦੇ ਚੱਕੇ ਆ, ਇਹ ਸੀਐਮ ਦੀ ਕੁਰਸੀ ਵਾਸਤੇ ਚੁੱਕਿਆ ਜਾਂ ਫਿਰ ਵਾਕਈ ਹੀ ਇਹ ਗੱਲਾਂ ਸਹੀ ਨੇ? ਕਿਉਂਕਿ ਇਹਦੇ ਵਿੱਚ ਗਲਤ ਤਾਂ ਕੁਝ ਦਿਖਾਈ ਨਹੀਂ ਦਿੰਦਾ। ਉਹ ਕਹਿ ਰਿਹਾ ਕਿ ਭਾਈ ਠੀਕ ਹੈ, ਤੁਸੀਂ ਮੁੱਦਿਆਂ ਦੇ ਆਧਾਰ ਤੇ ਰਾਜਨੀਤੀ ਕਰੋ ਨਾ। ਅਕਸਰ ਆਪਾਂ ਚੋਣਾਂ ਦੇ ਵਿੱਚ ਦੇਖਦੇ ਹਾਂ ਡਾਕਟਰ ਸਾਹਿਬ, ਜਿਹੜੇ ਮੁੱਦੇ ਪੌਣੇ 5 ਸਾਲ ਜਾਂ 4 ਸਾਲ ਜਿਹੜੇ ਚੱਲਦੇ ਰਹਿੰਦੇ ਆ, ਵਿਰੋਧੀ ਧਿਰਾਂ ਵੀ ਚੱਕਦੇ ਰਹਿੰਦੀਆਂ, ਉਹ ਅਕਸਰ ਵੋਟਾਂ ਦੇ ਦਿਨਾਂ ਦੇ ਵਿੱਚ ਆ ਕੇ ਰੁਲ ਜਾਂਦੇ ਆ। ਸਿਰਫ ਇਲਜ਼ਾਮਬਾਜ਼ੀਆਂ ਤੱਕ, ਬਿਆਨਬਾਜ਼ੀਆਂ ਤੱਕ ਸੀਮਿਤ ਰਹਿ ਜਾਂਦੀ ਹੈ ਰਾਜਨੀਤੀ। ਔਰ ਤੇ ਵੋਟਾਂ ਦੇ ਦਿਨਾਂ ਦੇ ਵਿੱਚ ਪਹਿਲਾਂ ਮੁੱਦੇ ਉੱਠਦੇ ਰਹਿੰਦੇ ਆ ਤੇ ਬਾਅਦ ਦੇ ਵਿੱਚ ਜਿਹੜੇ ਉਹ ਮੁੱਦੇ ਦਬ ਕੇ ਰਹਿ ਜਾਂਦੇ ਆ, ਗਰਦਿਸ਼ ਹੋ ਜਾਂਦੀ ਉਹਨਾਂ ਦੇ ਉੱਪਰ। ਤਾਂ ਦੂਜੇ ਪਾਸੇ ਸਿੱਧੂ ਤਾਂ ਫਿਰ ਲਗਾਤਾਰ ਉਹੀ ਗੱਲ ਕਹਿੰਦੇ ਆ ਨਾ ਕਿ ਭਾਈ ਮੁੱਦਿਆਂ ਤੇ ਆਧਾਰਿਤ ਰਾਜਨੀਤੀ ਕਰੋ। ਇਹਦੇ ਵਿੱਚ ਗਲਤ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ। ਬਿਲਕੁਲ, ਦੇਖੋ ਪਹਿਲਾਂ ਵੀ ਆਪਾਂ ਇਹ ਗੱਲ ਕਰ ਚੁੱਕੇ ਹਾਂ ਕਿ ਜੇਕਰ ਜਿਹੜਾ ਵੀ ਇਸ ਵੇਲੇ ਕੀ ਹੈ ਪੋਜੀਸ਼ਨ ਪੰਜਾਬ ਦੀ, ਸਿਨੈਰੀਓ ਕੀ ਹੈ ਪੰਜਾਬ ਦਾ, ਉਹ ਇਹੀ ਹੈ ਕਿ ਜਿਹੜੇ ਵੀ ਲੋਕ ਜਾਂ ਜਿਹੜੇ ਵੀ ਲੀਡਰ, ਜਿਹੜੀ ਵੀ ਪਾਰਟੀ ਮੁੱਦਿਆਂ ਦੇ ਆਧਾਰ ਦੇ ਉੱਤੇ ਲੜੇਗੀ, ਮੁੱਦਿਆਂ ਨੂੰ ਅੱਗੇ ਲੈ ਕੇ ਆਏਗੀ, ਉਹਦੇ ਨਾਲ ਲੋਕਾਂ ਦੀ ਸਿੰਪਥੀ ਹੋਏਗੀ। ਔਰ ਕਿਉਂਕਿ ਮੁੱਦੇ ਆਪਾਂ ਨੂੰ ਪਤਾ ਹੈ ਕਿ ਮੁੱਦੇ ਤਾਂ ਸਾਰੇ ਉਠਾਉਂਦੇ ਨੇ। ਦੂਜੀ ਗੱਲ ਜਿਹੜੀ ਸਮਝਣ ਵਾਲੀ ਹੈ, ਅਕਾਲੀ ਦਲ ਵੀ ਮੁੱਦੇ ਉਠਾ ਰਿਹਾ, ਉਹ ਵੀ ਕਹਿੰਦੇ ਆ ਕਿ ਅਸੀਂ 13 ਨੁਕੱਤੀ ਪ੍ਰੋਗਰਾਮ ਜਿਹੜਾ ਹੈਗਾ ਲੈ ਕੇ ਆਵਾਂਗੇ। ਸੁਖਬੀਰ ਬਾਦਲ ਲਗਾਤਾਰ ਲੋਕਾਂ ਨਾਲ ਵਾਅਦੇ ਤੇ ਵਾਅਦੇ ਕਰ ਰਹੇ ਨੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਕਰ ਰਹੀ ਹੈ। ਇਸੇ ਤਰ੍ਹਾਂ ਬੀਜੇਪੀ ਵਾਲੇ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਸੰਕਟ ਚੋਂ ਕੱਢਾਂਗੇ ਪੰਜਾਬ ਵਾਲਿਆਂ ਨੂੰ। ਸੋ ਇਸੇ ਤਰ੍ਹਾਂ ਮੈਂ ਇਹ ਕਹਿ ਰਿਹਾ ਕਿ ਵਾਅਦੇ ਤਾਂ ਬਹੁਤ ਵੱਡੇ ਵੱਡੇ ਪਹਿਲਾਂ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ, ਪਰ ਹੁਣ ਸਵਾਲ ਜਿਹੜਾ ਵੱਡਾ ਇਸ ਵੇਲੇ ਪੈਦਾ ਹੁੰਦਾ ਹੈ ਕਿ ਲੋਕ ਕਿਹਦੇ ਉੱਤੇ ਭਰੋਸਾ ਕਰਦੇ ਆ। ਕੀ ਲੋਕ ਨਵਜੋਤ ਸਿੰਘ ਸਿੱਧੂ ਤੇ ਭਰੋਸਾ ਕਰਨਗੇ? ਕੀ ਉਹ ਜਿਹੜਾ ਮਾਡਲ ਦੇ ਰਹੇ ਨੇ ਪੰਜਾਬ ਦਾ ਮਾਡਲ, ਔਰ ਰਿਸਰਚ ਕਰਕੇ ਬਕਾਇਦਾ ਤੌਰ ਤੇ ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਹੈ ਕਿ ਮੈਂ ਇਸ ਮਾਡਲ ਨੂੰ ਡਿਵੈਲਪ ਕਰਨ ਦੇ ਲਈ ਬਹੁਤ ਲੰਬਾ ਸਮਾਂ ਲਾਇਆ ਹੈ, ਇਹਦੇ ਉੱਤੇ ਮੈਂ ਰਿਸਰਚ ਕੀਤੀ ਹੈ। ਸੋ ਇਸ ਕਰਕੇ ਜੇਕਰ ਉਹ ਰਿਸਰਚ ਕਰਕੇ ਇੱਕ ਮਾਡਲ ਲੈਂਦੇ ਆ ਔਰ ਲੋਕ ਉਹਨਾਂ ਦੇ ਉੱਤੇ ਭਰੋਸਾ ਕਰਦੇ ਆ, ਪਰ ਦੂਜੇ ਪਾਸੇ ਆਪਾਂ ਕਾਂਗਰਸ ਦੇ ਜਦੋਂ ਦੂਜੇ ਲੀਡਰ ਵੇਖਦੇ ਆ, ਚਾਹੇ ਉਹਨਾਂ ਦੇ ਵਿੱਚੋਂ, ਚਾਹੇ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਹੁਣ ਚੰਨੀ ਸਾਹਿਬ ਹੋਣ, ਜਾਂ ਕੋਈ ਹੋਰ ਜਿਹੜੇ ਨੇ ਵੱਡੇ ਲੀਡਰ ਕਾਂਗਰਸ ਦੇ ਹੋਣ, ਉਹਨਾਂ ਦੇ ਉੱਤੇ ਇਸ ਵੇਲੇ ਪੰਜਾਬ ਦੇ ਲੋਕ ਭਰੋਸਾ ਕਰਦੇ ਨਜ਼ਰ ਨਹੀਂ ਆ ਰਹੇ, ਜਿਹੜੀ ਸਮਝਣ ਵਾਲੀ ਗੱਲ ਹੈ। ਜੇਕਰ ਅੱਜ ਚੰਨੀ ਸਾਹਿਬ ਆਪਣੇ ਚਿਹਰੇ ਨੂੰ ਲੈ ਕੇ ਇਹ ਦੱਸਣਗੇ ਕਿ ਮੈਂ ਅੱਗੇ ਲੈ ਕੇ ਆਵਾਂਗਾ, ਲੋਕ ਉਹਨਾਂ ਤੋਂ ਉਹਨਾਂ ਦੇ ਜਿਹੜੇ ਵੱਡੇ ਸਵਾਲ ਨੇ ਕਿ ਤੁਸੀਂ ਭਾਈ, ਤੁਹਾਨੂੰ ਮੌਕਾ ਮਿਲਿਆ ਸੀਗਾ, ਤੁਸੀਂ ਬਰਗਾੜੀ ਕਾਂਡ ਦਾ ਕੀ ਕੀਤਾ, ਤੁਸੀਂ ਨਸ਼ਿਆਂ ਨੂੰ ਲੈ ਕੇ ਕੀ ਕਦਮ ਚੁੱਕੇ, ਇਹ ਸਵਾਲ ਚੰਨੀ ਸਾਹਿਬ ਤੋਂ ਪੁੱਛੇ ਜਾਣੇ ਆ। ਜਾਂ ਜਿਹੜੇ ਤੁਸੀਂ ਬਾਕੀ ਕੰਮ, ਜਿਹੜੇ ਐਲਾਨ ਤੁਸੀਂ ਕੀਤੇ ਨੇ, ਕੀ ਉਹ ਐਲਾਨ ਜ਼ਮੀਨੀ ਪੱਧਰ ਦੇ ਉੱਤੇ ਹੱਲ ਹੋਏ, ਉਹਦੇ ਬਾਰੇ ਵੀ ਵੱਡੇ ਸਵਾਲ ਪੁੱਛੇ ਜਾਣੇ ਆ। ਸੋ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਪੰਜਾਬ ਦੇ ਲੋਕ ਉਸ ਪਾਰਟੀ ਦੇ ਉੱਤੇ ਭਰੋਸਾ ਕਰਨਗੇ ਜਿਹੜੀ ਪਾਰਟੀ ਉਹਨਾਂ ਨੂੰ ਲੱਗੇਗੀ ਕਿ ਵਾਕਈ ਇਹ ਜੋ ਗੱਲ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ। ਉਸ ਲੀਡਰ ਦੇ ਉੱਤੇ ਉਹ ਭਰੋਸਾ ਕਰਨਗੇ। ਨਵਜੋਤ ਸਿੰਘ ਸਿੱਧੂ ਦੇ ਉੱਤੇ ਮੰਨ ਲਓ ਕਰਦੇ ਨੇ ਕਿ ਉਹ ਕਹਿਣਗੇ ਕਿ ਇਹ ਬੰਦਾ ਹੈ ਜਿਹੜਾ ਬੰਦਾ ਕਹਿੰਦਾ ਹੈ ਉਹ ਕਰਕੇ ਦਿਖਾਉਂਦਾ ਹੈ, ਔਰ ਉਹੀ ਗੱਲ ਕਹਿੰਦਾ ਹੈ ਜੋ ਇਹਦੇ ਮਨ ਦੇ ਵਿੱਚ ਹੁੰਦੀ ਹੈ, ਔਰ ਜੋ ਇਹਨੇ ਰਿਸਰਚ ਕਰਕੇ ਪੰਜਾਬ ਮਾਡਲ ਦਿੱਤਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇੱਥੇ ਪੰਜਾਬ ਦੀ ਇਸ ਵੇਲੇ ਕੁੰਡੀ ਫਸੀ ਹੋਈ ਹੈ। ਹੁਣ ਸਵਾਲ ਇਹੀ ਹੈ ਕਿ ਜੇਕਰ ਕਾਂਗਰਸ ਇਹ ਚਾਹੁੰਦੀ ਹੈ ਕਿ ਅਸੀਂ ਦੁਬਾਰਾ ਸੱਤਾ 'ਚ ਆਉਣਾ ਚਾਹੁੰਦੇ ਹਾਂ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨੀ ਪਏਗੀ, ਔਰ ਉਹਨਾਂ ਲੀਡਰਾਂ ਨੂੰ ਹੀ ਅੱਗੇ ਕਰਨਾ ਪਏਗਾ ਜਿਹੜੇ ਲੀਡਰਾਂ ਦੇ ਉੱਤੇ ਪੰਜਾਬ ਦੇ ਲੋਕ ਭਰੋਸਾ ਕਰ ਸਕਣ। ਯਾਨੀ ਕਿ ਨਵਜੋਤ ਸਿੰਘ ਸਿੱਧੂ ਵਰਗੇ ਲੋਕ ਜਿਹੜੇ ਨੇ, ਜਿਨ੍ਹਾਂ ਤੇ ਲੋਕ ਭਰੋਸਾ ਕਰਦੇ ਨੇ, ਔਰ ਜਿਨ੍ਹਾਂ ਦੇ ਲੋਕਾਂ ਨੂੰ ਇਹ ਹੈ ਕਿ ਇਹਨਾਂ ਕੋਲ ਮਾਡਲ ਹੈ, ਇਹਨਾਂ ਕੋਲ ਇੱਕ ਪੰਜਾਬ ਦਾ ਮੈਪ ਹੈ ਔਰ ਬਲੂ ਪ੍ਰਿੰਟ ਹੈ, ਇੱਕ ਪਲੈਨਿੰਗ ਹੈ ਪੰਜਾਬ ਦੀ ਇਕਨੋਮੀ ਦੀ। ਸੋ ਉਸ ਨੂੰ ਲੈ ਕੇ ਜਿਹੜਾ ਜੇਕਰ ਉਹ ਅੱਗੇ ਆਉਂਦੇ ਨੇ ਤਾਂ ਲਾਜ਼ਮੀ ਤੌਰ ਤੇ ਇਹਦਾ ਫਾਇਦਾ ਨਵਜੋਤ ਸਿੰਘ ਸਿੱਧੂ ਨੂੰ ਵੀ ਮਿਲ ਸਕਦਾ ਹੈ ਔਰ ਕਾਂਗਰਸ ਪਾਰਟੀ ਨੂੰ ਵੀ ਮਿਲ ਸਕਦਾ ਹੈ। ਸੁਖਵਿੰਦਰ ਜੀ, ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਬਿਲਕੁਲ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।